ਮੰਜੇ ਤੇ ਪੈਣਾ ਕਿਉਂ ਮਜਬੂਰੀ ਨਾਲ ਪੈ ਗਿਆ? ਕਿਉਂ ਲੋਕੀ ਕੋਲ ਬੈਠ ਨਹੀਂ ਸਕਦੇ? ਕਈ ਵਾਰ ਕਿਸੇ ਦਾ ਭਲਾ ਕੀਤਾ ਬੰਦੇ ਨੂੰ ਪੁੱਠਾ ਪੈ ਜਾਂਦਾ। ਸੋ ਕਰਮਾਂ ਦੀਆਂ ਗੱਲਾਂ ਲਾ ਲਓ ਜਾਂ ਮੇਰੀ ਬਦਕਿਸਮਤੀ ਲਾ ਲਓ ਵੀ ਮੈਂ ਕਿਸੇ ਬੰਦੇ ਦੇ ਇਹਨਾਂ ਗੈਂਗਸਟਰਾਂ ਨੇ ਸੱਟਾਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਤਾ ਸੀ ਤੇ ਮੈਂ ਇੱਕ ਇਨਸਾਨੀਅਤ ਦੇ ਤੌਰ ਤੇ ਉਹ ਬੰਦਿਆਂ ਨੂੰ ਐਡਮਿਟ ਕਰਵਾ ਦਿੱਤਾ ਗਿਆ। ਤੋਂ ਬੱਚੇ ਸੀ 16-17 ਸਾਲ ਦੇ ਤੇ ਉਹਨਾਂ ਕਿਸੇ ਦੀ 18 ਸਾਲ ਉਮਰ ਹੋਣੀ ਆ। ਮੈਂ ਉਹਨਾਂ ਨੂੰ ਉਹ ਮੇਰੇ ਕੋਲ ਪਹਿਲਾਂ ਜਿਮ ਲਾਉਂਦੇ ਰਹੇ, ਮੇਰੇ ਸਟੂਡੈਂਟ ਹੋਣ ਦੇ ਨਾਂ ਤੇ ਇੱਕ ਵੈਸੇ ਵੀ ਮੇਰਾ ਇਨਸਾਨੀਅਤ ਦੇ ਤੌਰ ਤੇ ਫਰਜ਼ ਸੀ। ਮੈਂ ਉਹਨਾਂ ਨੂੰ ਐਡਮਿਟ ਕਰਵਾਤਾ। ਐਡਮਿਟ ਕਰਵਾ ਕੇ ਮੈਂ ਉਹਨਾਂ ਨੂੰ ਆ ਗਿਆ ਜੀ। ਉਸ ਤੋਂ ਬਾਅਦ ਮੈਨੂੰ ਨਹੀਂ ਜੀ ਪਤਾ, ਮੈਂ ਉਸ ਬੱਚਿਆਂ ਨੂੰ ਐਡਮਿਟ ਕਰਵਾ ਕੇ ਆ ਗਿਆ। ਇਹ ਗੈਂਗਸਟਰਾਂ ਨੇ ਕਿਹੜੇ ਵੇਲੇ ਉਹਨਾਂ ਨਾਲ ਰਾਜ਼ੀਨਾਮਾ ਕੀਤਾ, ਡਰਾ ਕੇ ਕੀਤਾ, ਧਮਕਾ ਕੇ, ਕੋਈ ਪੈਸੇ ਦਿੱਤੇ ਆ ਜਾਂ ਲਏ ਆ, ਮੇਰੀ ਇਸ ਚੀਜ਼ 'ਚ ਕੋਈ ਨੌਲੇਜ ਨਹੀਂ। ਨਾ ਮੈਨੂੰ ਇਹ ਪਤਾ ਕਦੋਂ ਰਾਜ਼ੀਨਾਮਾ ਹੋਇਆ। ਇਹਨਾਂ ਦੇ ਵੈਪਨ ਪੁਲਿਸ ਨੇ ਅਰੈਸਟ ਕੀਤਾ, ਇਹਨਾਂ ਨੂੰ ਕੋਈ ਲਏ ਆ ਜਾਂ ਨਹੀਂ ਲਏ। 1.5-2 ਸਾਲ ਬਾਅਦ ਮੇਰੇ ਤੇ ਹਮਲਾ ਕੀਤਾ ਜਾਂਦਾ ਤੇ ਮੈਂ ਸਰ ਬਾਹਰ ਖੜਾ, ਇੰਨੇ ਨੂੰ ਤੁਰੰਤ ਇੱਕ ਸਕਾਰਪੀਓ ਗੱਡੀ ਤੇ ਇੱਕ ਸਵਿਫਟ ਗੱਡੀ, 2 ਗੱਡੀਆਂ ਆ ਕੇ ਮੇਰੇ ਬਾਹਰ 'ਚ ਖੜ ਜਾਂਦੀਆਂ। ਸਵਿਫਟ ਗੱਡੀ ਆਪੋਜ਼ਿਟ ਖੜੀ ਸੀ ਸੜਕ ਦੇ ਦੂਜੇ ਪਾਸੇ, ਸਕਾਰਪੀਓ ਬਿਲਕੁਲ ਮੇਰੇ ਦਰਵਾਜ਼ੇ ਅੱਗੇ ਮੈਨੂੰ ਆਵਾਜ਼ ਮਾਰਦੇ, ਕਹਿੰਦੇ ਭਾਜੀ ਕੋਲੇ ਆਇਓ, ਅਸੀਂ ਰਸਤਾ ਭੁੱਲ ਗਏ ਹਾਂ। ਇੱਕ ਪਰਸਨ ਨੇ ਮੇਰੇ ਬਹੁਤ ਜ਼ੋਰ ਦੀ ਸਿਰ 'ਚ ਰੌੜ ਮਾਰੀ ਆ। ਜਦੋਂ ਮੈਂ ਪਿੱਛਾ ਕੀਤਾ ਉਹਨੂੰ ਸਰ ਮੈਂ ਚਲਾ ਕੇ ਸਿੱਟਿਆ। ਜਿਹੜੇ ਦੂਸਰੇ ਪਰਸਨ ਆ ਉਹ ਮੇਰਾ ਬੇਟਾ ਬਾਹਰ ਮੇਰੇ ਨਾਲ ਹੀ ਆ ਗਿਆ ਸੀ, ਖੇਡਦਾ ਹੀ, ਉਹਨਾਂ ਸਰ ਸਿੱਧੀਆਂ ਗੋਲੀਆਂ ਮਾਰਨੀਆਂ ਸਟਾਰਟ ਕਰਤੀਆਂ। ਕਿ ਗੋਲੀ ਵੱਜੀ ਸੀ, ਇਹ ਲੱਤ ਬਿਲਕੁਲ ਹੀ ਨਾਲੋਂ ਵੱਖ ਹੋ ਗਈ ਸੀ, ਇਹ ਅੱਡ ਹੋ ਗਈ ਸੀ ਲੱਤ। ਮੈਂ ਡਿੱਗ ਪਿਆ। ਹੁਣ ਇਸ ਗੱਲ ਨੂੰ 2 ਸਾਲ ਹੋ ਗਏ ਜੀ, ਇਹ ਦੁਬਾਰਾ ਹਜੇ ਵੀ ਠੀਕ ਨਹੀਂ ਹੋਈ। ਮੈਂ ਜਾਨੀ ਕਿ ਬੈੱਡ 'ਤੇ ਹੀ ਹਾਂ, 2 ਸਾਲ ਹੋ ਗਏ ਮੈਨੂੰ, ਮੈਂ ਤੁਰ ਨਹੀਂ ਸਕਦਾ ਹਜੇ ਵੀ। 7 ਆਪਰੇਸ਼ਨ ਹੋ ਚੁੱਕੇ ਆ, ਇਹ 7ਵਾਂ ਆਪਰੇਸ਼ਨ ਸੀ ਜੀ ਇਸ ਲੱਤ ਦਾ। 7ਵਾਂ ਆਪਰੇਸ਼ਨ ਸੀ, ਹਜੇ ਰਿਕਵਰ ਨਹੀਂ ਹੋਏਗੀ। ਯਾਨੀ ਕਿ ਅੱਜ ਤੋਂ 1.5 ਮਹੀਨੇ ਬਾਅਦ ਇਹਦਾ ਐਕਸਰਾ ਹੋਣਾ, ਫਿਰ ਡਾਕਟਰ ਮੈਨੂੰ ਦੱਸਣਗੇ ਮੈਂ ਤੁਰਨਾ ਜਾਂ ਨਹੀਂ ਹਜੇ ਤੁਰ ਸਕਦਾ। ਇਹ ਐਡਾ ਵੱਡਾ ਸਟਾਰ ਬੰਦਾ ਜਿਹਦੀ ਪੋਲੀਟੀਕਲ ਵੀ ਪਹੁੰਚ ਸੀਗਾ, ਐਡਾ ਨਾਮ ਸੀਗਾ, ਹਜੇ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ। ਉਹਦੇ ਪੇਰੈਂਟਸ ਗੁਹਾਰ ਲਾ ਰਹੇ ਆ ਉਹਨਾਂ ਦੇ ਮਾਂ-ਪਿਓ ਨੂੰ ਦੇਖ ਕੇ। ਕਿੱਡਾ ਵੀ ਕੋਈ ਪੱਥਰ ਦਿਲ ਬੰਦਾ ਉਹਦੇ ਵੀ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਜਦੋਂ ਉਹਨੂੰ ਦੇਖਿਆ। ਚਾਹੇ ਕੋਈ ਬੰਦਾ ਉਹਦਾ ਫੈਨ ਸੀ ਚਾਹੇ ਨਹੀਂ, ਉਹਦੇ ਦੁਸ਼ਮਣ ਵੀ ਰੋਏ। ਐਡੇ ਤਗੜੇ ਬੰਦੇ ਨੂੰ ਮਾਰ ਦਿੱਤਾ ਗਿਆ ਤੇ ਹਜੇ ਤੱਕ ਉਸ ਬੰਦੇ ਨੂੰ ਇਨਸਾਫ ਨਹੀਂ ਮਿਲਿਆ। ਤੇ ਸਰ ਅਸੀਂ ਤਾਂ ਆਮ ਬੰਦੇ ਆ। ਸਕਾਈ ਨਿਊਜ਼ ਦੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਸਕਾਈ ਨਿਊਜ਼ ਦੇ ਜ਼ਰੀਏ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਮਿਲਾ ਰਹੇ ਹਾਂ, 6 ਫੁੱਟ ਦਾ ਨੌਜਵਾਨ ਜਿਹਨੂੰ ਮੰਜੇ ਤੇ ਪੈਣਾ ਮਜਬੂਰ ਪੈ ਗਿਆ। ਕੀ ਕਾਰਨ ਹੈ ਤੁਸੀਂ ਉਹ ਤੁਹਾਨੂੰ ਆਪ ਹੀ ਦੱਸਾਂਗੇ। ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਹੱਟਾ ਕੱਟਾ ਨੌਜਵਾਨ ਜੋ ਕਬੱਡੀ ਦਾ ਵੀ ਕਿਸੇ ਟਾਈਮ ਖਿਲਾੜੀ ਹੁੰਦਾ ਸੀ, ਜਿਸ ਦਾ ਆਪਦਾ ਜਿਮ ਹੈ। ਹਜ਼ਾਰਾਂ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਇਸ ਨੇ ਜਿਮ ਦੇ ਨਾਲ ਜੋੜਿਆ, ਕਿੰਨੇ ਲੋਕਾਂ ਨੂੰ ਸਿੱਖਿਆ ਦਿੱਤੀ। ਆਓ ਤੁਹਾਨੂੰ ਇਸ ਨੌਜਵਾਨ ਨਾਲ ਬੁਲਾਉਂਦੇ ਹਾਂ। ਕੀ ਮਜਬੂਰੀ ਪੈ ਗਈ ਇਸ ਨੌਜਵਾਨ ਦੀ ਮੰਜੇ ਤੇ ਪੈਣਾ? ਸਰਕਾਰਾਂ ਤੋਂ ਵੀ ਇਸ ਨੂੰ ਆਸ ਨਹੀਂ ਹੈ, ਕਿਸੇ ਵੀ ਸਰਕਾਰ ਤੋਂ ਇਹਦੀ ਆਸ ਟੁੱਟ ਚੁੱਕੀ ਹੈ। ਇਸ ਦੀ ਸਿਰਫ ਇਸ ਸਰਕਾਰ ਤੋਂ ਕੋਈ, ਹੁਣ ਨਵੀਂ ਸਰਕਾਰ ਤੋਂ ਇਹਦੀ ਆਸ ਹੈ। ਜੇ ਇਸ ਤੋਂ ਹੀ ਟੁੱਟ ਜਾਂਦੀ ਤਾਂ ਹੁਣ ਰੱਬ ਹੀ ਇਸ ਦਾ ਵਾਲੀ ਵਾਰਸ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਤੁਹਾਡਾ ਬਹੁਤ ਬਹੁਤ ਧੰਨ ਜੀ ਸਕਾਈ ਟੀਵੀ ਵਾਲਿਆਂ ਦਾ। ਤੇ ਹਾਂਜੀ ਹੁਕਮ ਕਰੋ ਜੀ। ਜਾਣਕਾਰੀ ਤੁਹਾਨੂੰ ਮੰਜੇ ਤੇ ਪੈਣਾ ਕਿਉਂ ਮਜਬੂਰੀ ਨਾਲ ਪੈ ਗਿਆ? ਕਿਉਂ ਲੋਕੀ ਕੋਲ ਬੈਠ ਨਹੀਂ ਸਕਦੇ? ਹੱਟੇ ਕੱਟੇ ਨੌਜਵਾਨੋ, ਤੁਸੀਂ ਹਿੰਮਤ ਹਾਰ ਵੀ ਨਹੀਂ ਹਾਰੀ, ਫਿਰ ਵੀ ਤੁਸੀਂ ਇਸ ਸੰਘਰਸ਼ ਵਿੱਚ ਸੁਣਨ ਚ ਆਇਆ ਵੀ ਲੜ ਰਹੇ ਹੋ। ਦੇਖੋ ਜੀ, ਮੈਂ ਪਹਿਲਾਂ ਵੀ ਇੰਟਰਵਿਊ ਵਿੱਚ ਦੇ ਚੁੱਕਾ। ਮੈਨੂੰ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਭਰਿਆ, ਸਤਿਕਾਰ ਭਰਿਆ ਹੌਸਲਾ ਵੀ ਆ ਰਿਹਾ, ਮੇਰਾ ਸਾਥ ਦੇ ਰਹੇ ਆ। ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ, ਸਪੋਰਟਸਮੈਨ ਪਰਸਨ ਜਿੰਨੇ ਵੀ ਆ, ਮੇਰਾ ਬਹੁਤ ਹੌਸਲਾ ਵਧਾ ਰਹੇ ਆ। ਮੇਰੀ ਸਾਰੀ ਇੰਟਰਵਿਊ ਡਿਬੇਟ ਚੱਲ ਰਹੀ ਸਰ ਜੀ, ਤੇ ਮੈਂ ਉਹਦੇ ਵਿੱਚ ਸਰ ਸਾਰਾ ਆਪਣਾ ਹਾਲ ਬਿਆਨ ਕੀਤਾ ਵੀ ਕਈ ਵਾਰ ਕਿਸੇ ਦਾ ਭਲਾ ਕੀਤਾ ਬੰਦੇ ਨੂੰ ਪੁੱਠਾ ਪੈ ਜਾਂਦਾ।
ਸੋ ਕਰਮਾਂ ਦੀਆਂ ਗੱਲਾਂ ਲਾ ਲਓ ਜਾਂ ਮੇਰੀ ਬਦਕਿਸਮਤੀ ਲਾ ਲਓ ਵੀ ਮੈਂ ਕਿਸੇ ਬੰਦੇ ਦੇ ਇਹਨਾਂ ਗੈਂਗਸਟਰਾਂ ਨੇ ਸੱਟਾਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰਤਾ ਸੀ ਤੇ ਮੈਂ ਇੱਕ ਇਨਸਾਨੀਅਤ ਦੇ ਤੌਰ ਤੇ ਉਹ ਬੰਦਿਆਂ ਨੂੰ ਐਡਮਿਟ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਫੈਮਿਲੀ ਤੇ ਵੀ ਹਮਲਾ ਕੀਤਾ। ਕਾਫੀ ਇਹਨਾਂ ਦਾ ਕਾਫੀ ਜ਼ਿਆਦਾ ਵਿਵਾਦ ਹੋਇਆ, ਮੈਨੂੰ ਨਹੀਂ ਪਤਾ, ਪਰ ਮੇਰਾ ਜੋ ਇਨਸਾਨੀਅਤ ਤੌਰ ਤੇ ਫਰਜ਼ ਸੀ, ਕਿਉਂਕਿ ਉਹ ਬੱਚੇ ਸੀ 16-17 ਸਾਲ ਦੇ ਤੇ ਉਹਨਾਂ ਕਿਸੇ ਦੀ 18 ਸਾਲ ਉਮਰ ਹੋਣੀ ਆ। ਮੈਂ ਉਹਨਾਂ ਨੂੰ ਉਹ ਮੇਰੇ ਕੋਲ ਪਹਿਲਾਂ ਜਿਮ ਲਾਉਂਦੇ ਰਹੇ, ਮੇਰੇ ਸਟੂਡੈਂਟ ਹੋਣ ਦੇ ਨਾਂ ਤੇ ਇੱਕ ਵੈਸੇ ਵੀ ਮੇਰਾ ਇਨਸਾਨੀਅਤ ਦੇ ਤੌਰ ਤੇ ਫਰਜ਼ ਸੀ, ਮੈਂ ਉਹਨਾਂ ਨੂੰ ਐਡਮਿਟ ਕਰਵਾਤਾ। ਐਡਮਿਟ ਕਰਵਾ ਕੇ ਮੈਂ ਉਹਨਾਂ ਨੂੰ ਆ ਗਿਆ ਜੀ। ਇਤਫਾਕ ਨੂੰ ਜਦੋਂ ਉਹਨਾਂ ਨਾਲ ਇਹ ਹਾਦਸਾ ਹੋਇਆ ਜੀ, ਉਸ ਟਾਈਮ ਮੇਰੇ ਕੋਲ ਦਵਿੰਦਰ ਪ੍ਰਕਾਸ਼ SHO ਜੋ ਕਿ ਇੱਕ ਸਪੋਰਟਸਮੈਨ ਪਰਸਨ ਸੀਗੇ, ਜਿਮ ਦੇ ਵੀ ਬੜੇ ਸ਼ੌਕੀਨ ਸੀ, ਮੇਰੇ ਜਿਮ ਦੇ ਨਾਲ ਹੀ ਉਹਨਾਂ ਦੀ ਕੋਠੀ ਸੀ, ਉਸ ਟਾਈਮ ਜਿਮ ਲਗਾ ਰਹੇ ਸੀ। ਕਿਉਂਕਿ ਉਹਨਾਂ ਕੋਲ ਜਦੋਂ ਵੀ ਟਾਈਮ ਲੱਗਦਾ, ਜਦੋਂ ਵੀ ਆਪਣੀ ਡਿਊਟੀ 'ਚੋਂ ਸਮਾਂ ਕੱਢਦੇ ਸੀ, ਉਹ ਆਪਣਾ ਜਿਮ ਲਗਾ ਰਹੇ ਸੀ, ਜਿਮ ਲਗਾਉਂਦੇ ਸੀ, ਆਉਂਦੇ ਸੀ। ਉਸ ਟਾਈਮ ਜਦੋਂ ਇਹ ਹਾਦਸਾ ਹੋਇਆ, ਜਿਮ ਲਗਾ ਰਹੇ ਸੀ। ਇਸ ਕਰਕੇ ਉਹਨਾਂ ਨੂੰ ਤੁਰੰਤ ਇਸ ਚੀਜ਼ ਦੀ ਨੌਲੇਜ ਮਿਲੀ ਜਾਂ ਕਾਰਵਾਈ ਉਹਨਾਂ ਨੇ ਤੁਰੰਤ ਕਰਤੀ। ਉਸ ਤੋਂ ਬਾਅਦ ਮੈਨੂੰ ਨਹੀਂ ਜੀ ਪਤਾ, ਮੈਂ ਉਸ ਬੱਚਿਆਂ ਨੂੰ ਐਡਮਿਟ ਕਰਵਾ ਕੇ ਆ ਗਿਆ। ਇਹ ਗੈਂਗਸਟਰਾਂ ਨੇ ਕਿਹੜੇ ਵੇਲੇ ਉਹਨਾਂ ਨਾਲ ਰਾਜ਼ੀਨਾਮਾ ਕੀਤਾ, ਡਰਾ ਕੇ ਕੀਤਾ, ਧਮਕਾ ਕੇ, ਕੋਈ ਪੈਸੇ ਦਿੱਤੇ ਆ ਜਾਂ ਲਏ ਆ, ਮੇਰੀ ਇਸ ਚੀਜ਼ 'ਚ ਕੋਈ ਨੌਲੇਜ ਨਹੀਂ, ਨਾ ਮੈਨੂੰ ਇਹ ਪਤਾ ਕਦੋਂ ਰਾਜ਼ੀਨਾਮਾ ਹੋਇਆ। ਇਹਨਾਂ ਦੇ ਵੈਪਨ ਪੁਲਿਸ ਨੇ ਅਰੈਸਟ ਕੀਤਾ ਇਹਨਾਂ ਨੂੰ, ਕੋਈ ਲਏ ਆ ਜਾਂ ਨਹੀਂ ਲਏ। ਉਸ ਤੋਂ 1.5-2 ਸਾਲ ਬਾਅਦ ਮੈਨੂੰ ਕੀ ਪਤਾ ਉਹ ਬੱਚੇ ਬਾਹਰ ਚਲੇ ਗਏ ਜੀ। ਉਹਨਾਂ ਦੇ ਪੇਰੈਂਟਸ ਦੀ ਸਿਆਣਪ ਲਾ ਲਓ ਜਾਂ ਕੋਈ ਉਹਨਾਂ ਨੇ ਇਸ ਲੜਾਈ ਝਗੜੇ ਤੋਂ ਡਰਦਿਆਂ ਉਹਨਾਂ ਨੂੰ ਭੇਜਤਾ। 1.5-2 ਸਾਲ ਬਾਅਦ ਮੇਰੇ ਤੇ ਹਮਲਾ ਕੀਤਾ ਜਾਂਦਾ। ਕਰੋਨਾ ਦਾ ਟਾਈਮ ਸੀ ਜੀ, ਰਾਤ ਦੇ 8:20 ਸੀ ਤੇ ਕਰਫਿਊ ਲੱਗਾ ਸੀ ਜੀ ਚੌਂਕ ਦੇ ਵਿੱਚ। ਕੋਈ ਵੀ ਬੰਦਾ ਘਰੋਂ ਬਾਹਰ ਨਹੀਂ ਸੀ ਨਿਕਲਦਾ। ਮੇਰੇ ਜਿਮ ਦੇ ਜਿਹੜੇ ਸਟੂਡੈਂਟ ਸੀ ਉਹ ਮਾਸਕ ਲਗਾ ਕੇ ਜਾਂ ਮੂੰਹ 'ਤੇ ਪਰਨੇ ਲੈ ਕੇ ਆਉਂਦੇ ਸੀ ਜੀ। ਮੈਂ ਠੀਕ ਨਾ ਹੋਣ ਕਰਕੇ ਉਸ ਦਿਨ ਘਰੇ ਸੀ, ਨੀਚੇ ਮੇਰਾ ਘਰ ਆ ਜੀ, ਉੱਪਰ ਜਿਮ ਆ। ਮੈਂ ਅੰਦਰੋਂ ਨਿਕਲਿਆ, ਮੇਰਾ ਫਰੈਂਡ ਕੋਈ ਮੇਰੇ ਤੋਂ ਗੱਡੀ ਮੰਗ ਕੇ ਲਗਿਆ ਸੀ, ਉਹ ਗੱਡੀ ਦੀ ਚਾਬੀ ਦੇਣ ਆਇਆ, ਮੈਂ ਨਿਕਲਿਆ। ਜਦੋਂ ਮੈਂ ਚਾਬੀ ਫੜੀ, ਨਾਲ ਹੀ ਮੇਰਾ ਬੇਟਾ ਇੱਕ ਛੋਟਾ ਨਿਕਲਿਆ, 8 ਸਾਲ ਦਾ ਸੀ। ਜਦੋਂ ਬੇਟਾ ਮੇਰਾ ਬਾਹਰ ਆਇਆ ਤੇ ਮੈਂ ਦੇਖਿਆ ਸੱਜੇ ਪਾਸੇ ਵੀ 4-5 ਮੁੰਡੇ ਮੂੰਹ ਬੰਨ੍ਹ ਕੇ ਖੜੇ, ਖੱਬੇ ਪਾਸੇ ਵੀ। ਤੇ ਮੇਰੇ ਮਾਈਂਡ 'ਚ ਇਹ ਗੱਲ ਹੀ ਨਹੀਂ ਆਈ ਸਰ, ਕਿਉਂਕਿ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਹੀ ਨਹੀਂ ਸੀ। ਤੇ ਮੈਨੂੰ ਇੱਦਾਂ ਲੱਗਾ ਕਿ ਉੱਤੇ ਮੁੰਡੇ ਜਿਮ 'ਚ ਵੀ ਮੂੰਹ ਕਵਰ ਕਰਕੇ ਸੈਨੀਟਾਈਜ਼ਰ ਲਾ ਕੇ ਆਉਂਦੇ, ਸ਼ਾਇਦ ਉਹ ਨੀਚੇ ਉਤਰ ਕੇ ਖੜੇ ਹੋਏ ਆ, ਜਿਮ ਵਾਲੇ ਮੁੰਡੇ ਗੱਲਾਂ ਬਾਤਾਂ ਕਰ ਰਹੇ ਆ। ਤੇ ਮੈਂ ਸਰ ਬਾਹਰ ਖੜਾ, ਇੰਨੇ ਨੂੰ ਤੁਰੰਤ ਇੱਕ ਸਕੋਰਪੀਓ ਗੱਡੀ ਤੇ ਇੱਕ ਸਵਿਫਟ ਗੱਡੀ, 2 ਗੱਡੀਆਂ ਆ ਕੇ ਮੇਰੇ ਬਾਰ 'ਚ ਖੜ ਜਾਂਦੀਆਂ। ਸਵਿਫਟ ਗੱਡੀ ਆਪੋਜਿਟ ਖੜੀ ਸੀ ਸੜਕ ਦੇ ਦੂਜੇ ਪਾਸੇ, ਸਕੋਰਪੀਓ ਬਿਲਕੁਲ ਮੇਰੇ ਦਰਵਾਜ਼ੇ ਅੱਗੇ ਮੈਨੂੰ ਆਵਾਜ਼ ਮਾਰਦੇ, ਕਹਿੰਦੇ ਭਾਜੀ ਕੋਲੇ ਆਇਓ, ਅਸੀਂ ਰਸਤਾ ਭੁੱਲ ਗਏ ਹਾਂ। ਤਾਂ ਸਰ ਮੇਰੇ ਦਿਮਾਗ 'ਚ ਇਹ ਸੀ ਵੀ ਲੋਕ ਸਾਰੇ ਫੇਸ ਕਰਕੇ ਦਰਬਾਰ ਸਾਹਿਬ ਨੂੰ ਸਭੀ ਲੋਕ ਬਾਹਰ ਖੜੇ ਰਸਤਾ ਪੁੱਛਦੇ ਸੀ ਤੇ ਮੈਂ ਵੀ ਰਸਤਾ ਸਰ ਦੱਸਣ ਚਲੇ ਗਿਆ। ਮੇਰੇ ਮਾਈਂਡ 'ਚ ਹੀ ਹੈ ਨਹੀਂ ਸੀ ਵੀ ਇਹ ਮੇਰੇ ਨਾਲ ਆ ਹਾਦਸਾ ਹੋਊ। ਮੈਂ ਸਰ ਜੋ ਰਸਤਾ ਦੱਸ ਕੇ ਟਰਨ ਲੈਣ ਲੱਗਾ, ਬਾਰਿਸ਼ ਹੋ ਰਹੀ ਸੀ ਜੀ, ਰਾਤ ਦਾ ਟਾਈਮ ਸੀ। ਜਦੋਂ ਮੈਂ ਟਰਨ ਲਿਆ ਤੇ ਇੱਕ ਪਰਸਨ ਨੇ ਮੇਰੇ ਬਹੁਤ ਜ਼ੋਰ ਦੀ ਸਿਰ 'ਚ ਰੌੜ ਮਾਰੀ ਆ। ਜਦੋਂ ਮੈਂ ਪਿੱਛਾ ਕੀਤਾ, ਉਹਨੂੰ ਸਰ ਮੈਂ ਚਲਾ ਕੇ ਸਿੱਟਿਆ। ਜਿਹੜੇ ਦੂਸਰੇ ਪਰਸਨ ਆ, ਉਹ ਮੇਰਾ ਬੇਟਾ ਬਾਹਰ ਮੇਰੇ ਨਾਲ ਹੀ ਆ ਗਿਆ ਸੀ, ਖੇਡਦਾ ਹੀ। ਉਹਨਾਂ ਸਰ ਸਿੱਧੀਆਂ ਗੋਲੀਆਂ ਮਾਰਨੀਆਂ ਸਟਾਰਟ ਕਰਤੀਆਂ, ਜਦ ਕਿ ਇੱਕ ਮੇਰੀ ਲੱਤ 'ਤੇ ਆਹ ਦੇਖੋ ਤੁਸੀਂ ਗੋਲੀ ਵੱਜੀ ਸੀ। ਇਹ ਲੱਤ ਬਿਲਕੁਲ ਹੀ ਨਾਲੋਂ ਵੱਖ ਹੋ ਗਈ ਸੀ, ਇਹ ਅੱਡ ਹੋ ਗਈ ਸੀ ਲੱਤ। ਮੈਂ ਡਿੱਗ ਪਿਆ। ਹੁਣ ਇਸ ਗੱਲ ਨੂੰ 2 ਸਾਲ ਹੋ ਗਏ ਜੀ, ਇਹ ਦੁਬਾਰਾ ਹਜੇ ਵੀ ਠੀਕ ਨਹੀਂ ਹੋਈ। ਮੈਂ ਜਾਨੀ ਕਿ ਬੈੱਡ 'ਤੇ ਹੀ ਹਾਂ, 2 ਸਾਲ ਹੋ ਗਏ ਮੈਨੂੰ, ਮੈਂ ਤੁਰ ਨਹੀਂ ਸਕਦਾ ਹਜੇ ਵੀ। ਉਸ ਤੋਂ ਬਾਅਦ ਸਰ ਮੇਰੀ ਆ ਰਾਈਟ ਲੈਗ ਆ, ਇਹਦੇ ਵਿੱਚ 2 ਗੋਲੀਆਂ ਮਾਰੀਆਂ। ਉਸ ਤੋਂ ਬਾਅਦ ਮੇਰੇ ਇਹਦਾ ਸਰ ਹਜੇ ਵੀ ਮੇਰੇ ਟੋਟਲ ਸਰ 7 ਆਪਰੇਸ਼ਨ ਹੋ ਚੁੱਕੇ ਆ। ਇਹ 7ਵਾਂ ਆਪਰੇਸ਼ਨ ਸੀ ਜੀ ਇਸ ਲੱਤ ਦਾ। 7ਵਾਂ ਆਪਰੇਸ਼ਨ ਸੀ, ਹਜੇ ਰਿਕਵਰ ਨਹੀਂ ਹੋਏਗੀ। ਯਾਨੀ ਕਿ ਅੱਜ ਤੋਂ 1.5 ਮਹੀਨੇ ਬਾਅਦ ਇਹਦਾ ਐਕਸਰਾ ਹੋਣਾ, ਫਿਰ ਡਾਕਟਰ ਮੈਨੂੰ ਦੱਸਣਗੇ ਮੈਂ ਤੁਰਨਾ ਜਾਂ ਨਹੀਂ ਹਜੇ ਤੁਰ ਸਕਦਾ। ਉਸ ਤੋਂ ਬਾਅਦ ਸਰ ਹੋਇਆ ਕਿ ਵੀ ਇਹ ਮੇਰੇ ਬੰਦੇ ਮੇਰੇ ਸਿਰ ਦੇ ਵਿੱਚ ਰੌੜਾਂ ਮਾਰਨੀਆਂ ਸਟਾਰਟ ਕਰਤੀਆਂ। ਮੈਂ ਆਪਣਾ ਸਿਰ ਇੱਦਾਂ ਦੋਵਾਂ ਹੱਥਾਂ ਨਾਲ ਕਵਰ ਕੀਤਾ। ਮੇਰੀ ਰੀੜ੍ਹ ਦੀ ਹੱਡੀ ਆ, ਆਹ ਦੇਖੋ ਰੀੜ੍ਹ ਦੀ ਹੱਡੀ ਡੈਮੇਜ ਕਰਦੇ ਰਹੇ, ਆਹ ਨਿਸ਼ਾਨ ਹੋਣਗੇ, ਦੇਖ ਰਹੇ ਜੀ।
ਮੇਰੀ ਰੀੜ੍ਹ ਦੀ ਹੱਡੀ ਡੈਮੇਜ ਕਰਦੇ ਰਹੇ। ਇੰਨੇ ਚਿਰ ਨੂੰ ਜਦੋਂ ਰੌਲਾ ਪਿਆ, ਮੇਰਾ ਬੱਚੇ ਨੂੰ ਮੈਂ ਆਪਣੇ ਨੂੰ ਪੁਸ਼ ਕਰਤਾ ਜੀ, ਉਹ ਭੱਜ ਕੇ ਅੰਦਰ ਚਲੇ ਗਿਆ ਰੋਂਦਾ। ਮੇਰੀ ਵਾਈਫ ਤੇ ਮੇਰੀ ਉਹਨਾਂ ਨੇ ਰੌਲਾ ਪਾਇਆ। ਮੇਰਾ ਬ੍ਰਦਰ ਅੰਦਰ ਨਹਾ ਰਿਹਾ ਸੀ ਜੀ ਉਹ ਵਾਸ਼ਰੂਮ 'ਚ, ਤੇ ਜਦੋਂ ਰੌਲਾ ਬਾਹਰ ਨੂੰ ਭੱਜਣ ਲੱਗੇ, ਇਹਨਾਂ ਲੜਕਿਆਂ ਨੇ ਕੀ ਕੀਤਾ, ਜਿਮ ਦਾ ਗੇਟ ਵੀ ਬਾਹਰੋਂ ਬੰਦ ਕਰਤਾ ਤੇ ਮੇਰਾ ਘਰ ਦਾ ਗੇਟ ਵੀ ਬਾਹਰ ਨਾ ਆ ਸਕੇ। ਮੇਰੀ ਵਾਈਫ ਨੂੰ ਤੇ ਮਦਰ ਨੂੰ ਸਰ ਸਿੱਧੀਆਂ ਇਹਨਾਂ ਗੋਲੀਆਂ ਮਾਰਨੀਆਂ ਸਟਾਰਟ ਕਰਤੀਆਂ, ਜਦ ਕਿ ਉਸ ਟਾਈਮ ਮੇਰੀ ਵਾਈਫ ਪ੍ਰੈਗਨੈਂਟ ਸੀ। ਤੇ ਉੱਪਰੋਂ ਸਰ ਜਿਮ 'ਚੋਂ ਮੁੰਡਿਆਂ ਨੇ ਜਦੋਂ ਬਾਹਰ ਦੇਖਿਆ, ਮੁੰਡਿਆਂ ਨੂੰ ਵੀ ਇਹਨਾਂ ਨੇ ਸਿੱਧੀਆਂ ਹੀ ਗੋਲੀਆਂ ਮਾਰੀਆਂ। ਜਦੋਂ ਸਿੱਧੀਆਂ ਗੋਲੀਆਂ ਮਾਰੀਆਂ ਇਹਨਾਂ ਤੇ ਉਹਨੇ ਚਿਰ ਨੂੰ ਕਰੋਨਾ ਕਰਕੇ ਮਹੱਲੇ ਵਾਲੇ ਸਾਰੇ ਜੋ ਵੀ ਅੰਦਰ ਹੁੰਦੇ ਸੀ, ਕਿਉਂਕਿ ਪੁਲਿਸ ਬਾਹਰ ਨਹੀਂ ਸੀ ਬੈਠਣ ਦਿੰਦੀ। ਇਹ ਕੌਣ ਲੋਕ ਸੀ ਜਿਹੜੇ ਵੀ ਤੁਹਾਡੇ ਤੇ ਗੋਲੀਆਂ ਫਾਇਰ ਕਰਕੇ ਗਏ ਆ? ਕੋਈ ਜਾਣਕਾਰ ਸੀ ਜਾਂ ਕੋਈ ਓਪਰੇ ਸੀ? ਸਰ ਮੈਂ ਤੁਹਾਨੂੰ ਦੱਸਿਆ, ਮੈਂ ਤਾਂ ਇਹਨਾਂ ਨੂੰ ਜਾਣਦਾ ਹੀ ਨਹੀਂ ਸੀ। ਜਦੋਂ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਵੀ ਜਿਹੜੇ ਬੰਦਿਆਂ ਨੂੰ ਮੈਂ ਐਡਮਿਟ ਕਰਵਾਇਆ ਸੀ ਇਹ ਉਹੀ ਬੰਦੇ ਸੀ। ਇਹਨਾਂ ਨੇ ਜਿੰਨਾ ਉਹਨਾਂ ਦੇ ਸੱਟਾਂ ਮਾਰੀਆਂ, ਇਹਨਾਂ ਨੂੰ ਇਹ ਰੀਜ਼ਨ ਕੱਢਿਆ ਵੀ ਇਸ ਬੰਦੇ ਕਰਕੇ ਸਾਡੇ ਪਰਚਾ ਹੋਇਆ, ਇਸ ਬੰਦੇ ਕਰਕੇ ਸਾਡੇ ਤੇ ਕਾਰਵਾਈ ਹੋਈ ਆ, ਅਸੀਂ ਇਹਦੇ ਕਰਕੇ ਸਜ਼ਾ ਭੁਗਤ ਰਹੇ ਹਾਂ ਜਾਂ ਤਰੀਕਾਂ 'ਤੇ ਜਾ ਰਹੇ ਹਾਂ। ਹੋਰ ਤਾਂ ਸਰ ਇਹਨਾਂ ਨੇ ਕੋਈ ਰੀਜ਼ਨ ਨਹੀਂ ਦੱਸਿਆਗਾ। ਇਹ ਕਹਿ ਰਹੇ ਆ ਵੀ ਇਹਨੇ ਇਹਨਾਂ ਦੀ ਹੈਲਪ ਕੀਤੀ, ਇਹਨੇ ਹੀ ਸਾਰਾ ਕੁਝ ਕਰਵਾਇਆ ਜੋ ਕਰਵਾਇਆ। ਦਰਸ਼ਕੋ, ਤੁਹਾਨੂੰ ਇੱਥੇ ਅਸੀਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਵੀ ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਹੜੀ ਦਾਅਵੇ ਕਰ ਰਹੀ ਹੈ ਵੀ ਕਿਤੇ ਵੀ ਐਕਸੀਡੈਂਟ ਹੋਵੇ ਤੁਹਾਨੂੰ ਇੱਕ ਇਨਾਮ ਦਿੱਤਾ ਜਾਏਗਾ, ਤੁਸੀਂ ਉਹ ਤੁਹਾਨੂੰ ਪਰੇਸ਼ਾਨ ਨਹੀਂ ਕੀਤਾ ਜਾਏਗਾ, ਤੁਸੀਂ ਉਸ ਮਰੀਜ਼ ਨੂੰ ਹਸਪੀਟਲ ਲੈ ਕੇ ਆਓ। ਅੱਜ ਇਸ ਸ਼ਖਸ ਨੂੰ ਉਸ ਦੀ ਸਜ਼ਾ एवज ਦੇ ਬਦਲੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਆ ਕੀ ਇਨਸਾਫ ਮਿਲਿਆ, ਕੀ ਗਿਫਟ ਮਿਲਿਆ ਕਿ ਮੰਜੇ ਤੇ ਪਿਆ ਹੋਇਆ ਹੈ ਇਹ ਨੌਜਵਾਨ ਆਪਦੀ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਹਾਂਜੀ ਜਿਵੇਂ ਹੁਣ ਮੂਸੇ ਵਾਲੇ ਦੇ ਵੀ ਧਮਕੀਆਂ ਆਈਆਂ ਸੀਗੀਆਂ, ਠੀਕ ਹੈ ਜੀ, ਉਹਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਸ ਚੀਜ਼ ਤੋਂ ਤਾਂ ਸਾਡਾ ਦਿਲ ਟੁੱਟਦਾ ਵੀ ਜੇ ਐਡਾ ਵੱਡਾ ਸਟਾਰ ਬੰਦਾ ਜਿੰਦੀ ਪ੍ਰੀਟੀਕਲ ਵੀ ਪਹੁੰਚ ਸੀਗਾ, ਐਡਾ ਨਾਮ ਸੀਗਾ, ਹਜੇ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ। ਉਹਦੇ ਪੇਰੈਂਟਸ ਗੁਹਾਰ ਲਾ ਰਹੇ ਆ ਉਹਨਾਂ ਦੇ ਮਾਂ ਪਿਓ ਨੂੰ ਦੇਖ ਕੇ। ਕਿੱਡਾ ਵੀ ਕੋਈ ਪੱਥਰ ਦਿਲ ਬੰਦਾ ਉਹਦੇ ਵੀ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਜਦੋਂ ਉਹਨੂੰ ਦੇਖਿਆ, ਚਾਹੇ ਕੋਈ ਬੰਦਾ ਉਹਦਾ ਫੈਨ ਸੀ ਚਾਹੇ ਨਹੀਂ। ਉਹਦੇ ਦੁਸ਼ਮਣ ਵੀ ਰੋਏ। ਐਡੇ ਤਗੜੇ ਬੰਦੇ ਨੂੰ ਮਾਰ ਦਿੱਤਾ ਗਿਆ ਤੇ ਹਜੇ ਤੱਕ ਉਸ ਬੰਦੇ ਨੂੰ ਇਨਸਾਫ ਨਹੀਂ ਮਿਲਿਆ। ਤੇ ਸਰ ਅਸੀਂ ਤਾਂ ਆਮ ਬੰਦੇ ਆ, ਕਿਉਂਕਿ ਉਸ ਲੈਵਲ ਦੇ ਅਸੀਂ ਬੰਦੇ ਨਹੀਂ ਗੇ, ਪਰ ਸਰ ਇੱਕ ਸਪੋਰਟਸਮੈਨ ਬੰਦੇ ਦਾ ਕੈਰੀਅਰ ਇੰਨਾ ਖਤਮ ਕਰਤਾ। ਤੇ ਮੈਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਾਂਗਾ ਵੀ ਪਲੀਜ਼ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ। ਜੇ ਸਪੋਰਟਸਮੈਨਸ਼ਿਪ ਖਤਮ ਹੋ ਗਈ ਤੇ ਸਮਝ ਲਓ ਪੰਜਾਬ ਖਤਮ ਹੋ ਗਿਆ। ਇਹਨਾਂ ਦਾ ਕਹਿਣਾ ਹੈ ਕਿ ਮੇਰੀ ਹਿੰਮਤ ਟੁੱਟ ਚੁੱਕੀ ਹੈ, ਇਸ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ। ਅਸੀਂ ਇਸ ਸਰਕਾਰਾਂ ਕਹਿੰਦੀਆਂ ਨੇ ਅਸੀਂ 12 ਤੋਂ ਲੋਕਾਂ ਨੂੰ ਲਿਆ ਕੇ ਪੰਜਾਬ 'ਚ ਵਸਾਵਾਂਗੇ, ਪਰ ਜੋ ਸਥਿਤੀਆਂ ਇਸ ਟਾਈਮ ਤੁਸੀਂ ਸਕਰੀਨ ਦੇ ਉੱਤੇ ਇਸ ਨੌਜਵਾਨਾਂ ਦੇਖ ਰਹੇ ਹੋ, ਨਿੱਕੇ ਨਿੱਕੇ ਇਸ ਦੇ ਬੱਚੇ ਨੇ, ਇਸ ਨੂੰ ਪਤਾ ਵੀ ਨਹੀਂ ਹੈ ਕਿ ਮੇਰੇ ਉੱਤੇ ਹਮਲਾ ਕਿਉਂ ਕੀਤਾ ਗਿਆ। ਸਿਰਫ ਇਸ ਨੂੰ ਉਸ ਦੀ ਸਜ਼ਾ ਮਿਲੀ ਹੈ ਕਿ ਇੱਕ ਬੰਦੇ ਨੂੰ ਇਹਨੇ ਹਸਪੀਟਲ ਪਹੁੰਚਾਇਆ ਸੀ। ਇਸ ਨੂੰ ਉਹ ਵੀ ਨਹੀਂ ਪਤਾ, ਪੁਲਿਸ ਕੋਈ ਵੀ ਸੁਣਵਾਈ ਨਹੀਂ ਕਰ ਰਹੀ, ਕੋਈ ਸੋਚ ਨਹੀਂ ਰਹੀ। ਜੇ ਇਸ ਨੌਜਵਾਨ ਦੀ ਸੋਚ ਇਹ ਹੈ ਕਿ ਜੇ ਮੇਰੀ ਸੁਣਵਾਈ ਧਿਆਨ ਨਾਲ ਕੀਤੀ ਜਾਵੇ, ਮਾਨ ਸਰਕਾਰ ਮੇਰੇ ਵੱਲ ਧਿਆਨ ਦਿੱਤਾ ਜਾਵੇ, ਮੈਨੂੰ ਇਨਸਾਫ ਮਿਲੇ, ਮੈਂ ਸਿਰਫ ਸਰਕਾਰ ਕੋਲੋਂ ਇਨਸਾਫ ਦੀ ਗੁਹਾਰ ਲਵਾਉਣ ਦੀ ਕੋਸ਼ਿਸ਼ ਕਰ ਰਿਹਾ। ਪਰਮਾਤਮਾ ਨੇ ਜੋ ਦੇਣਾ ਇਨਸਾਫ, ਮੈਨੂੰ ਉਸ 'ਤੇ ਯਕੀਨ ਹੈ। ਤੇ ਹਾਂਜੀ ਦਰਸ਼ਕ ਤੁਹਾਡੇ ਨਾਲ ਜਾਣਨ ਮੈਂ ਭਾਜੀ ਆਇਆ, ਦੇਖੋ ਮੈਂ ਜੇ ਤੁਹਾਨੂੰ ਮੈਂ ਸਾਰੀ ਕਹਾਣੀ ਦੱਸਣ ਲੱਗ ਪਿਆ ਸਰ ਘੱਟ ਤੋਂ ਘੱਟ ਘੰਟਾ 2 ਲੱਗ ਜਾਣੇ ਆ। ਜਿੱਥੇ ਜਿੱਥੇ ਮੈਂ ਗਿਆ, ਜਿਹੜੇ ਅਫਸਰਾਂ ਦਾ ਮੈਂ ਦਰਵਾਜ਼ਾ ਖੜਕਾਇਆ, ਜਿਹੜੇ ਬੰਦਿਆਂ ਨੇ ਮੇਰੇ ਤੋਂ ਪੈਸੇ ਮੰਗੇ, ਜਿਹੜੇ ਬੰਦਿਆਂ ਨੇ ਮੈਨੂੰ ਇਹ ਕਿਹਾ ਵੀ ਤੇਰਾ ਕੁਝ ਨਹੀਂ ਵਟਿਆ ਜਾਣਾ, ਇਹਨਾਂ ਹੀ ਮਗਰ ਮੰਤਰੀਆਂ ਦੀ ਸਪੋਰਟ ਆ, ਪੋਲੀਟੀਕਲ ਸਪੋਰਟ ਆ ਸਰ, ਉਹ ਸਾਰੀਆਂ ਗੱਲਾਂ ਮੈਂ ਰਿਪੀਟ ਹੋ ਰਹੀ ਚੈਨਲ 'ਤੇ ਚੱਲ ਰਹੀਆਂ। 1 ਘੰਟਾ 10 ਮਿੰਟ ਦੀ ਇੰਟਰਵਿਊ ਆ ਤੇ ਉਹ ਪਲੀਜ਼ ਉਹ ਨਾਲ ਮੈਂ ਮਾਨ ਸਾਹਿਬ ਨੂੰ ਵੀ ਕਹਿਣਾ ਵੀ ਮੇਰੀ ਉਹ ਇੰਟਰਵਿਊ ਜ਼ਰੂਰ ਸੁਣੀ ਜਾਵੇ ਤੇ ਪਲੀਜ਼ ਮੇਰੀ ਸੁਣਵਾਈ ਕੀਤੀ ਜਾਵੇ। ਵੀ ਇੱਕ ਵਾਰੀ ਮੇਰੀ ਰਿਕੁਐਸਟ ਆ, ਉਹ ਮੇਰੀ ਇੰਟਰਵਿਊ ਜ਼ਰੂਰ ਸੁਣੀ ਜਾਵੇ। ਇਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਹੀ ਗੁੰਡੇ ਪੈਦਾ ਕਰਦੀਆਂ ਹਨ, ਗੈਂਗਸਟਰ ਪੈਦਾ ਕਰਦੀਆਂ ਹਨ। ਗੈਂਗਸਟਰ ਪਹਿਲਾਂ ਧਮਕੀਆਂ ਦਿੰਦੇ ਹਨ, ਮੁੜ ਕੇ ਅਸੀਂ ਸਰਕਾਰਾਂ ਦੇ ਕੋਲੇ ਜਾਂਦੇ ਹਾਂ, ਪ੍ਰਸ਼ਾਸਨ ਕੋਲੇ ਜਾਂਦੇ ਹਾਂ, ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਸਾਡਾ ਸਰਕਾਰਾਂ ਦੇ ਉੱਤੋਂ ਵਿਸ਼ਵਾਸ ਉੱਠ ਚੁੱਕਿਆ ਹੈ।
ਦੇਖਣਾ ਇਹ ਹੈ ਇਸ ਨੌਜਵਾਨ ਨੂੰ ਹੁਣ ਇਨਸਾਫ ਕਦੋਂ ਮਿਲੇਗਾ। 2 ਸਾਲ ਇਸ ਨੌਜਵਾਨ ਨੂੰ ਬੈੱਡ ਦੇ ਉੱਤੇ ਪਏ ਨੂੰ ਹੋ ਚੁੱਕੇ ਨੇ, ਹਜੇ ਤੱਕ ਇਸ ਨੂੰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਨੌਜਵਾਨ ਦੀ ਗੱਲ ਸੁਣੀ ਜਾਵੇ। ਜੋ ਇਹ ਨੌਜਵਾਨ ਕਹਿ ਰਿਹਾ ਹੈ ਉਸ ਦੀ ਤਫਤੀਸ਼ ਕੀਤੀ ਜਾਵੇ, ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਜੋ ਇੱਦਾਂ ਕਿਸੇ ਮਾਂ ਦੇ ਪੁੱਤ ਨੌਜਵਾਨ ਨਾ ਆਪਦੀ ਜ਼ਿੰਦਗੀ ਨੂੰ ਹੱਥ ਧੋਣ। ਮੋਗਾ ਤੋਂ ਹਰਪਾਲ ਸਹਾਰਨ, ਸਕਾਈ ਨਿਊਜ਼ ਪੰਜਾਬ।